ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੁਦ ਅਰਥਾਂ ਸਮੇਤ ਸਹਿਜ ਪਾਠ ਕਰੋ ਦੀ ਲਹਿਰ ਘਰ ਘਰ ਤੱਕ ਪਹੁੰਚ ਚੁੱਕੀ ਹੈ। ਅਮਰੀਕਾ ਦੇ ਗੁਰਮਤਿ ਟੀਵੀ ਅਤੇ ਕੈਨੇਡਾ ਦੇ ਗੁਰਗਿਆਨ ਟੀਵੀ ਦਾ ਉਪਰਾਲਾ ਹਰ ਘਰ ਵਿੱਚ ਪਹੁੰਚਿਆ। ਇਹ ਜੋ ਸਾਡਾ ਸਵਾਲ ਜਿਸ ਨੇ ਪੜ੍ਹਿਆ, ਜਿਸ ਨੇ ਸੁਣਿਆ, ਉਹਦੇ ਹਿਰਦੇ 'ਚ ਮਿੱਠਾ ਜਿਹਾ ਹਲੂਣਾ ਮਿਲਦਾ ਹੈ ਜਦੋਂ ਇਹ ਸਵਾਲ ਸਾਹਮਣੇ ਹੁੰਦਾ ਹੈ, ਕੀ ਤੁਸੀਂ ਅਰਥਾਂ ਸਮੇਤ ਸਹਿਜ ਪਾਠ ਸ਼ੁਰੂ ਕਰ ਦਿੱਤਾ ਹੈ? ਨੈਚੁਰਲੀ ਇਸ ਸਵਾਲ ਨੂੰ ਸਾਹਮਣੇ ਰੱਖ ਕੇ ਹਰ ਬੰਦਾ ਆਪਣੇ ਆਪ ਨੂੰ ਇਸ ਸਵਾਲ ਨਾਲ ਜਦੋਂ ਕੰਪੈਰੀਜ਼ਨ ਕਰਕੇ ਦੇਖਦਾ ਹੈ, ਫਿਰ ਇਹਨੂੰ ਲੱਗਦਾ ਹੈ ਕਿਤੇ ਮੈਂ ਲੇਜ਼ੀ ਤਾਂ ਨਹੀਂ, ਕਿਤੇ ਮੈਂ ਇਗਨੋਰੈਂਟ ਤਾਂ ਨਹੀਂ, ਮੈਂ ਲਾਪਰਵਾਹ ਤਾਂ ਨਹੀਂ ਹੋ ਗਿਆ। ਸੱਚਮੁੱਚ ਹੀ ਮੈਨੂੰ ਅਰਥਾਂ ਸਮੇਤ ਸਹਿਜ ਪਾਠ ਕਰਨਾ ਚਾਹੀਦਾ ਹੈ। ਹੁਣ ਤੇ ਬੜਾ ਸੌਖਾ ਹੈ, ਸਿਰਫ ਗੁਰੂ ਦੇ ਪਿਆਰ ਵਿੱਚ 35-40 ਮਿੰਟ ਕੱਢਣੇ ਨੇ। YouTube ਤੇ ਜਾਣਾ ਹੈ, ਗੁਰਗਿਆਨ ਟੀਵੀ ਸਬਸਕ੍ਰਾਈਬ ਕਰਨਾ ਹੈ ਤੇ ਰੋਜ਼ਾਨਾ ਇੱਕ ਵੀਡੀਓ ਅਪਲੋਡ ਹੋ ਰਹੀ ਹੈ। ਉਸ ਨੂੰ ਨੇਤਰਾਂ ਦੇ ਨਾਲ, ਅੱਖਾਂ ਦੇ ਨਾਲ ਦਰਸ਼ਨ ਕਰਨੇ ਨੇ ਤੇ ਕੰਨਾਂ ਦੇ ਨਾਲ ਸੁਣਨਾ ਹੈ। ਅਰਥਾਂ ਸਮੇਤ ਸਹਿਜ ਪਾਠ ਕਰਦਿਆਂ ਗੁਰੂ ਦਾ ਨਜ਼ਰੀਆ, ਗੁਰੂ ਦੇ ਉਪਦੇਸ਼, ਗੁਰਮੁਖ ਸੁਭਾਅ, ਗੁਰਮਤਿ ਵਾਲੀ ਸੋਚ ਬਾਰੇ ਪਤਾ ਲੱਗਦਾ ਹੈ। ਜੇ ਤੁਸੀਂ ਇਸ ਸਵਾਲ ਨੂੰ ਪੜ੍ਹਦਿਆਂ ਸੁਣਦਿਆਂ ਕਿ ਕੀ ਤੁਸੀਂ ਅਰਥਾਂ ਸਮੇਤ ਸਹਿਜ ਪਾਠ ਸ਼ੁਰੂ ਕਰ ਦਿੱਤਾ ਹੈ ਤੇ ਅੰਦਰ ਸ਼ੁਕਰਾਨਾ ਜਾਗ ਰਿਹਾ ਹੈ, ਸ਼ੁਕਰ ਵਾਹਿਗੁਰੂ ਜੀ ਦਾ, ਹਾਂਜੀ ਕਰ ਦਿੱਤਾ ਜੀ। ਸਗੋਂ ਅਸੀਂ ਤਾਂ ਹੋਰਾਂ ਨੂੰ ਵੀ ਪ੍ਰੇਰਿਤ ਕਰ ਦਿੱਤਾ ਹੈ, ਤਾਂ ਬਹੁਤ ਵੱਡੀ ਖੁਸ਼ੀ ਹੈ, ਬਹੁਤ ਵੱਡਾ ਆਨੰਦ ਹੈ। ਜੇ ਹਾਲੇ ਸ਼ੁਰੂ ਨਹੀਂ ਕੀਤਾ ਤੇ ਅੱਜ ਹੀ ਸ਼ੁਰੂ ਕਰਨਾ ਹੈ। ਆਪਾਂ ਗੁਰੂ ਕੇ ਗੁਰਸਿੱਖ ਹਾਂ, ਆਪਾਂ ਤਾਂ ਘਰ ਘਰ ਤੱਕ ਸੰਦੇਸ਼ ਲਿਜਾਣਾ ਹੈ। ਖੁਦ ਅਰਥਾਂ ਸਮੇਤ ਸਹਿਜ ਪਾਠ ਕਰੋ ਦੀ ਲਹਿਰ ਅਸੀਂ ਅਵੇਸਲੇ ਨਾ ਰਹਿ ਜਾਈਏ, ਸਾਰਿਆਂ ਨੂੰ ਪ੍ਰੇਰਿਤ ਕਰੀਏ। ਅੱਜ ਸਮਾਂ ਮੰਗ ਕਰਦਾ ਹੈ ਗੁਰੂ ਦੇ ਉਪਦੇਸ਼, ਗੁਰੂ ਦੀਆਂ ਸਿੱਖਿਆਵਾਂ ਨੂੰ ਆਪ ਸਮਝੀਏ, ਸੋਚ ਸੁਭਾਅ 'ਤੇ ਲਾਗੂ ਕਰੀਏ, ਸਿੱਖੀਏ ਤੇ ਹੋਰਨਾਂ ਨੂੰ ਪ੍ਰੇਰਿਤ ਕਰੀਏ। ਤੁਹਾਡਾ ਸਾਰਿਆਂ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 239 ਦੇ ਉੱਪਰ ਅੰਕਿਤ ਗੁਰੂ ਪਾਤਸ਼ਾਹ ਦੇ ਬਚਨ। ਗੌੜੀ ਮਹੱਲਾ ਪੰਜਵਾਂ, ਗੌੜੀ ਰਾਗ ਵਿੱਚ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ। ਗੁਰ ਕੈ ਬਚਨ ਮੋਹਿ ਪਰਮ ਗਤ ਪਾਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਜਦੋਂ ਅਰਥਾਂ ਨੂੰ ਸਮਝਾਂਗੇ, ਕਹਾਵਤਾਂ ਨੇ, ਕਹਾਵਤਾਂ ਨੂੰ ਸਮਝਾਂਗੇ, ਕੁਛ ਹਿਸਟੋਰੀਕਲ, ਮੈਥੋਲੋਜੀਕਲ ਸਾਖੀਆਂ ਵੀ ਨੇ, ਸਟੋਰੀਆਂ ਵੀ ਨੇ, ਕਹਾਣੀਆਂ, ਉਹਨਾਂ 'ਚ ਸਿੱਖਿਆਵਾਂ ਨੇ, ਰਮਜ਼ਾਂ ਨੇ ਉਹਦੇ 'ਚ। ਉਹਨਾਂ ਰਮਜ਼ਾਂ ਨੂੰ ਜਦੋਂ ਸਮਝਾਂਗੇ, ਫਿਰ ਗੁਰਬਾਣੀ ਦੀ ਆਪਣੀ ਗੁਰਬਾਣੀ ਗ੍ਰਾਮਰ ਵੀ ਹੈ, ਗ੍ਰਾਮੈਟੀਕਲ ਫਾਰਮਸ ਨੇ। ਤੇ ਨੋਟ ਕੀਤਾ ਹੋਏਗਾ, ਪੰਜਾਬੀ ਦੇ ਵਿੱਚ ਕਦੀ ਵੀ ਅਖੀਰਲੇ ਅੱਖਰ ਨੂੰ ਸਿਹਾਰੀਆਂ ਨਹੀਂ ਹੁੰਦੀਆਂ, ਅਖੀਰਲੇ ਅੱਖਰਾਂ 'ਤੇ ਔਂਕੜ ਨਹੀਂ ਹੁੰਦੇ। ਇੱਥੇ ਅਖੀਰਲੇ ਅੱਖਰ ਨੂੰ ਔਂਕੜ ਤੇ ਸਿਹਾਰੀਆਂ ਵਿੱਚ ਬਹੁਤ ਕੁਛ ਹੈ, ਗੁਰਬਾਣੀ ਗ੍ਰਾਮਰ ਹੈ। ਜਿਉਂ-ਜਿਉਂ ਅਸੀਂ ਸਮਝਾਂਗੇ, ਸਿੱਖਾਂਗੇ, ਤਾਂ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਗੁਰ ਸਰੂਪ ਹੈ ਮੇਰੇ ਗੁਰੂ ਪਾਤਸ਼ਾਹ ਦਾ, ਜਿਹਨੂੰ ਸ਼ਬਦ ਸਰੂਪ ਕਹਿੰਦੇ ਹਾਂ, ਜਿਹਨੂੰ ਉਪਦੇਸ਼ ਕਹਿੰਦੇ ਹਾਂ। ਉਹ ਸੱਚਾ ਗਿਆਨ ਹੈ, ਰੱਬ ਦਾ ਰੂਪ ਹੈ। ਉਸ ਗੁਰ ਸਰੂਪ ਨੂੰ ਜਦੋਂ ਅਸੀਂ ਧਿਆਨ ਨਾਲ ਸੁਣਾਂਗੇ, ਉਹਦੇ ਵਿੱਚ ਜੋ ਬਚਨ ਨੇ, ਉਪਦੇਸ਼ ਨੇ, ਸਿੱਖਿਆ ਹੈ, ਸਤਿਗੁਰੂ ਜੀ ਕਹਿੰਦੇ ਉਸ ਦੇ ਨਾਲ ਮੋਹਿ ਪਰਮਗਤ ਪਾਈ, ਮੈਨੂੰ ਉੱਚੀ ਅਵਸਥਾ ਮਿਲ ਗਈ। ਪਰਮਗਤ ਕਿਹੜੀ ਹੈ? ਅਸੀਂ ਜਿਉਂਦੇ ਹਾਂ ਨਿੱਜੀ ਸੁਭਾਅ ਦੇ ਵਿੱਚ, ਐਜ ਏ ਹਿਊਮਨ ਨੇਚਰ ਵਿੱਚ। ਹਿਊਮਨ ਨੇਚਰ ਤੋਂ ਉੱਪਰ ਪਰਮਗਤ ਹੈ ਗੁਰਮੁਖ ਨੇਚਰ, ਆਖੋ ਵਾਹਿਗੁਰੂ। ਆਪਾਂ ਜਿਉਂਦੇ ਹਾਂ
ਹਿਊਮਨ ਥਾਟਸ ਦੇ ਵਿੱਚ, ਨਿਜ ਮਤ ਦੇ ਵਿੱਚ, ਇਹ ਗੁਰਮਤ ਪਰਮਗਤ ਹੈ। ਪਰਮਗਤ ਦੇ ਅਰਥ ਗੁਰਮੁਖ ਸੁਭਾਅ ਤੇ ਗੁਰਮਤ ਵਾਲੀ ਸੋਚ ਮਿਲੀ ਕਿੱਥੋਂ? ਗੁਰ ਸਰੂਪ ਦੇ ਬਚਨਾਂ ਤੋਂ, ਗੁਰੂ ਦੇ ਉਪਦੇਸ਼ਾਂ ਤੋਂ। ਤੇ ਜਦੋਂ ਉਹਨਾਂ ਨੂੰ ਜ਼ਿੰਦਗੀ 'ਚ ਜਿਉਇਆ, ਗੁਰੂ ਦੇ ਉਪਦੇਸ਼ਾਂ ਰਾਹੀਂ ਪਹਿਲਾਂ ਸੋਚ ਸੁਭਾਅ ਨੂੰ ਪੜਚੋਲਣਾ, ਫਿਰ ਸੋਚ ਸੁਭਾਅ ਨੂੰ ਸੰਵਾਰਨਾ ਸ਼ਿੰਗਾਰਨਾ, ਤੇ ਜਦੋਂ ਪ੍ਰੈਕਟੀਕਲ ਜਿਉਇਆ ਗੁਰੂ ਦੇ ਉਪਦੇਸ਼ ਨੂੰ, ਗੁਰ ਪੂਰੈ ਮੇਰੀ ਪੈਜ ਰਖਾਈ, ਫਿਰ ਗੁਰ ਸਰੂਪ ਨੇ ਪੈਜ ਰੱਖ ਦਿੱਤੀ। ਭਾਵ ਇਸ ਮਨ ਨੂੰ ਕੁਸੰਗ ਵਾਲੇ ਪਾਸੇ, ਕੁਸੰਗੀ ਆਦਤਾਂ ਵਾਲੇ ਪਾਸੇ, ਬੁਰੇ ਪਾਸੇ ਜਾਣ ਤੋਂ ਮੇਰੇ ਗੁਰੂ ਦੇ ਉਪਦੇਸ਼ ਬਚਾ ਲੈਂਦੇ ਨੇ। ਆਖੋ ਵਾਹਿਗੁਰੂ। ਗੁਰ ਕੈ ਬਚਨ ਧਿਆਇਓ ਮੋਹਿ ਨਾਉ। ਗੁਰੂ ਦੇ ਉਪਦੇਸ਼ ਰਾਹੀਂ ਧਿਆਨ ਹਰ ਵੇਲੇ ਕਿੱਧਰ ਰਿਹਾ? ਰੱਬੀ ਉਪਦੇਸ਼ ਵੱਲ। ਧਿਆਨ ਰਿਹਾ ਰੱਬ ਦੇ ਗੁਣਾਂ ਵੱਲ, ਧਿਆਨ ਰਿਹਾ ਰੱਬ ਦੀ ਹੋਂਦ ਵੱਲ। ਆਖੋ ਵਾਹਿਗੁਰੂ। ਜਦੋਂ ਵੀ ਸਾਡਾ ਮਨ ਨਿੰਦਾ ਕਰਨ ਵੱਲ ਜਾਂ ਨਿੰਦਾ ਸੁਣਨ ਵੱਲ ਅੰਦਰੋਂ ਖਿਆਲ ਬਣਾਉਂਦਾ ਏ, ਨਿੰਦਾ ਸੁਣਨ ਦੀ ਜਾਂ ਨਿੰਦਾ ਕਰਨ ਦੇ ਮਾਹੌਲ ਵਿੱਚ ਇਹ ਮਨ ਹਿੱਸਾ ਲੈਣਾ ਚਾਹੁੰਦਾ ਹੈ, ਉਸ ਵੇਲੇ ਜੇ ਧਿਆਨ ਚਲਿਆ ਜਾਵੇ ਉਸ ਪੰਕਤੀ ਵੱਲ, ਨਿੰਦਾ ਭਲੀ ਕਿਸੇ ਕੀ ਨਾਹੀ ਮਨਮੁਖ ਮੁਗਧ ਕਰਾਨ। ਜੇ ਧਿਆਨ ਚਲਿਆ ਜਾਵੇ ਰੱਬੀ ਉਪਦੇਸ਼ ਵੱਲ ਕਿ ਸਾਂਝ ਕਰੀ ਜੈ ਗੁਨਾਹ ਕੇਰੀ ਛੋੜ ਅਵਗਣ ਚੱਲੀ ਹੈ, ਤਦ ਬਦਲੇਗਾ। ਜੇ ਧਿਆਨ ਨਾ ਗਿਆ ਤੇ ਬਾਕੀ ਐਵੇਂ ਭਗਤੀ ਜੋਗੀਆਂ ਵਾਲੀ ਹੋ ਸਕਦੀ। ਆਖੋ ਵਾਹਿਗੁਰੂ। ਇਹ ਧਿਆਉਣਾ ਗੁਰਮਤ ਦਾ। ਫਿਰ ਗੁਣਾਂ ਵੱਲ ਧਿਆਨ ਰੱਖਣਾ ਹੈ। ਗੁਣ ਦੇਖਾਂਗੇ, ਸੰਤੁਸ਼ਟ ਹੋਵਾਂਗੇ, ਹਰ ਇੱਕ ਵਿੱਚ ਨੇ। ਔਗਣ ਦੇਖਾਂਗੇ, ਡਿਸਸੈਟਿਸਫਾਈਡ ਹੋਵਾਂਗੇ, ਅੰਦਰੋਂ ਨਾ ਸੰਤੁਸ਼ਟ ਹੋਵਾਂਗੇ। ਹਰ ਇੱਕ ਵਿੱਚ ਔਗਣ ਨੇ। ਮਰਜ਼ੀ ਹੈ ਤੁਹਾਡੀ, ਤੁਸੀਂ ਕੀ ਦੇਖਣਾ ਚਾਹੁੰਦੇ ਹੋ, ਤੁਸੀਂ ਕਿੱਦਾਂ ਜਿਉਣਾ ਚਾਹੁੰਦੇ ਹੋ। ਜੇ ਜਿਉਣਾ ਚਾਹੁੰਦੇ ਹੋ ਸੰਤੁਸ਼ਟੀ ਵਾਲਾ ਜੀਵਨ, ਤਾਂ ਗੁਣ ਦੇਖਣੇ ਨੇ। ਗੁਣ ਦੇਖਣ ਦੀ ਬਿਰਤੀ ਤਾਂ ਬਣੇਗੀ ਜੇ ਧਿਆਨ ਗੁਰੂ ਦੇ ਉਪਦੇਸ਼ਾਂ ਵੱਲ ਰਹੇਗਾ। ਗੁਰ ਕੈ ਬਚਨ ਧਿਆਇਓ ਮੋਹਿ ਨਾਉ। ਇਹਦੇ ਵਿੱਚੋਂ ਫਿਰ ਆਦਤ ਬਣ ਜਾਏਗੀ ਰੱਬ ਦੀ ਮਿੱਠੀ ਮਿੱਠੀ ਯਾਦ ਦਾ ਸਿਮਰਨ ਰਸ। ਉਹਨੂੰ ਨਾਮ ਸਿਮਰਨ ਕਹਿੰਦੇ ਨੇ। ਆਖੋ ਵਾਹਿਗੁਰੂ। ਰੱਬ ਦੀ ਭੈ ਭਾਵਨੀ ਸ਼ੁਕਰਾਨਾ, ਇਹਦੇ 'ਚ ਬਖਸ਼ਿਸ਼ ਮਿਲਦੀ ਹੈ। ਗੁਰ ਪ੍ਰਸਾਦ ਮੋਹਿ ਮਿਲਿਆ ਥਾਉ ਰਹਾਉ। ਗੁਰੂ ਦੀ ਕਿਰਪਾ ਨਾਲ ਜਦੋਂ ਬਖਸ਼ਿਸ਼ ਹੋਈ ਨਾ, ਬਖਸ਼ਿਸ਼ ਦੇ ਨਾਲ ਕੀ ਮਿਲਿਆ? ਟਿਕਾਣਾ ਮਿਲ ਗਿਆ। ਅਡੋਲ ਜ਼ਿੰਦਗੀ ਜਿਉਣ ਦਾ ਸਹਿਜ ਹੀ ਟਿਕਾਣਾ ਹੈ। ਗੁਰਮੁਖ ਸੁਭਾਅ ਤੇ ਗੁਰਮਤ ਵਾਲੀ ਸੋਚ ਮਿਲ ਗਈ, ਇਹ ਟਿਕਾਣਾ ਹੈ ਰਹਿਣ ਦਾ। ਮਨ ਗੁਰਮੁਖ ਸੁਭਾਅ ਵਿੱਚ ਮਿਲੇ ਰਹੇਗਾ, ਪੱਕਾ ਟਿਕਾਣਾ। ਆਖੋ ਵਾਹਿਗੁਰੂ। ਮਨਮੁਖ ਸੁਭਾਅ ਵਿੱਚ ਜਿਉਏਗਾ, ਪੱਕਾ ਟਿਕਾਣਾ ਕੋਈ ਵੀ ਨਹੀਂ। ਕਦੀ ਇੱਧਰ ਭਟਕਦਾ ਰਹੇਗਾ। ਗੁਰਮਤ ਵਾਲੀ ਸੋਚ ਵਿੱਚ ਹੀ ਪੱਕਾ ਟਿਕਾਣਾ ਹੈ। ਮਨਮਤ ਵਾਲੀ ਸੋਚ ਤੇ ਕਦੀ ਇੱਧਰ ਭਟਕਦੀ ਰਹਿੰਦੀ। ਰਹਾਉ ਪਦਾ ਹੈ, ਸ਼ਬਦ ਦਾ ਹੈ। ਗੁਰ ਕੈ ਬਚਨ ਸੁਣ ਰਸਨ ਵਖਾਣੀ। ਗੁਰੂ ਦੇ ਉਪਦੇਸ਼ ਜਦੋਂ ਜ਼ਿੰਦਗੀ ਵਿੱਚ ਸੋਚ ਸੁਭਾਅ 'ਤੇ ਲਾਗੂ ਹੁੰਦੇ ਨੇ, ਜਿਹੜੀ ਸਾਡੀ ਸੁਰਤ ਹੈ ਨਾ, ਫਿਰ ਰੱਬੀ ਵਿਚਾਰਾਂ, ਰੱਬ ਦੇ ਨਿਯਮਾਂ ਦੀਆਂ ਵਿਚਾਰਾਂ, ਰੱਬ ਦੇ ਗੁਣਾਂ ਦੀਆਂ ਵਿਚਾਰਾਂ, ਗੁਰੂ ਦੇ ਉਪਦੇਸ਼ ਦੀਆਂ ਵਿਚਾਰਾਂ, ਪਰਉਪਕਾਰ ਦੇ ਕਾਰਜਾਂ ਦੀਆਂ ਵਿਚਾਰਾਂ ਕਰਦਿਆਂ ਅੰਦਰੋਂ ਰਸ ਵਿੱਚ ਭਿੱਜਦੀ ਹੈ। ਆਖੋ ਵਾਹਿਗੁਰੂ। ਸੁਣ ਕੇ ਵੀ ਰਸ ਮਾਣਦੀ ਹੈ, ਫਿਰ ਵਿਖਿਆਨ ਕਰਦੀ ਹੈ, ਦੂਜਿਆਂ ਨਾਲ ਚਰਚਾ ਕਰਦੀ ਹੈ। ਹਮੇਸ਼ਾ ਸਾਨੂੰ ਜਿੰਨੀਆਂ ਚੰਗੀਆਂ ਵਿਚਾਰਾਂ ਮਿਲਦੀਆਂ ਨੇ, ਉਹ ਦੂਸਰਿਆਂ ਨਾਲ ਡਿਸਕਸ ਕਰਨੀਆਂ ਚਾਹੀਦੀਆਂ ਨੇ। ਮੈਨੂੰ ਪਤਾ ਹੈ ਤੁਸੀਂ ਉਡੀਕਦੇ ਹੋ। ਇਲੈਕਟ੍ਰੋਨਿਕ ਮੀਡੀਆ ਦੇ ਯੁੱਗ ਵਿੱਚ ਇਹ ਗੁਰੂ ਦਾ ਖਜ਼ਾਨਾ ਵੰਡਣ ਵਾਸਤੇ ਇਸ ਵੀਡੀਓ ਰਾਹੀਂ ਤੁਹਾਡੇ ਘਰ ਪਹੁੰਚਦਾ ਹਾਂ। ਤੁਸੀਂ ਉਡੀਕਦੇ ਹੋ, ਪਰਿਵਾਰ ਸਮੇਤ ਲਾਹਾ ਪ੍ਰਾਪਤ ਕਰਦੇ ਹੋ। ਮੈਨੂੰ ਪਤਾ ਹੈ ਤੁਹਾਡੇ ਬੱਚੇ ਲਾਹਾ ਪ੍ਰਾਪਤ ਕਰ ਰਹੇ ਨੇ। ਤੁਹਾਡੇ 'ਚੋਂ ਕੁਝ ਉਹ ਵੀ ਨੇ ਜਿਨ੍ਹਾਂ ਨੇ ਆਪਣੇ ਭਰਾ ਨੂੰ, ਭਰਜਾਈ ਨੂੰ, ਉਹਦੇ ਬੱਚਿਆਂ ਨੂੰ ਪ੍ਰੇਰਿਤ ਕੀਤਾ, ਔਰ ਤੁਹਾਡੀ ਪ੍ਰੇਰਨਾ ਸਫਲ ਹੋ ਗਈ। ਉਹ ਵੀ ਵਡਭਾਗੀ ਬਣ ਗਏ, ਉਹ ਵੀ ਸਹਿਜ ਪਾਠ ਕਰਦੇ ਨੇ।
ਤੁਹਾਡੇ 'ਚੋਂ ਕੁਛ ਕੁ ਨੇ ਆਪਣੀਆਂ ਭੈਣਾਂ ਨੂੰ, ਭੈਣ ਦੇ ਪਰਿਵਾਰ ਨੂੰ, ਸਾਰੇ ਪਰਿਵਾਰ ਨੂੰ ਸਮੇਤ ਬੱਚੇ ਬੱਚੀਆਂ ਨੂੰ ਤੁਸੀਂ ਸਹਿਜ ਪਾਠ ਰਾਹੀਂ ਜੋੜ ਦਿੱਤਾ। ਤੁਸੀਂ ਸਾਰੇ ਉਡੀਕਦੇ ਹੋ। ਇਹ ਗੱਲ ਯਾਦ ਰੱਖਿਓ, ਇੱਕ ਆਦਤ ਬਣਾ ਲਓ। ਅੱਜ ਇੱਕ ਅੰਗ ਦਾ ਪਾਠ ਆਪਾਂ ਅਰਥਾਂ ਸਮੇਤ ਕੀਤਾ ਹੈ। ਜਿਹੜੀ ਗੱਲ ਚੰਗੀ ਲੱਗੀ ਉਹ ਡਿਸਕਸ ਕਰੋ, ਇੱਕ ਦੂਜੇ ਨਾਲ ਫੋਨ ਤੇ ਡਿਸਕਸ ਕਰੋ। ਕਹਿੰਦੇ ਨੇ ਕਿ ਫੋਨ ਨੇ ਦੁਨੀਆ ਨੇੜੇ ਕਰ ਦਿੱਤੀ। ਕਹਿੰਦੇ ਨੇ ਨਾ, ਇਹ ਦੁਨੀਆ ਬੜੀ ਨੇੜੇ ਹੋ ਗਈ। ਪਰ ਇੱਕ ਵਿਦਵਾਨ ਸੱਜਣ ਨੇ ਕਿਹਾ ਹੈ, ਕਹਿੰਦਾ ਨਹੀਂ, ਦੁਨੀਆ ਇਤਨੀ ਉਲਝ ਗਈ, ਮਤਲਬ ਤੇ ਹੀ ਫੋਨ ਕਰਦੀ ਹੈ, ਕਦੀ ਬਿਨਾਂ ਮਤਲਬ ਤੋਂ ਵੀ ਫੋਨ ਕਰ ਲਿਆ ਕਰੋ। ਆਖੋ ਵਾਹਿਗੁਰੂ। ਇਸ ਲਈ ਆਦਤ ਬਣਾਓ, ਇਸ ਤਰ੍ਹਾਂ ਦਾ ਇੱਕ ਰੂਟੀਨ ਬਣ ਜਾਵੇ, ਆਦਤ ਬਣ ਜਾਵੇ, ਤੁਹਾਡੇ ਬਾਰੇ ਇੱਕ ਸੀਨ ਬਣ ਜਾਵੇ ਕਿ ਭੈਣ ਨੇ ਫੋਨ ਕੀਤਾ ਹੈ, ਵੀਰੇ ਨੇ ਫੋਨ ਕੀਤਾ ਹੈ, ਬਈ ਮਾਮੇ ਨੇ ਫੋਨ ਕੀਤਾ ਹੈ। ਇਹਦਾ ਮਤਲਬ ਗੁਰਬਾਣੀ ਦੀ ਵਿਚਾਰ ਕਰਨਗੇ। ਹੁਣ ਆਖੋ ਵਾਹਿਗੁਰੂ। ਜੋ ਇਸ ਵਿੱਚੋਂ ਚੰਗਾ ਲੱਗਿਆ ਉਹਦੀ ਵਿਚਾਰ ਕਰੋ। ਜੇ ਵਿਚਾਰਾਂ ਕਰਦੇ ਹਾਂ, ਵਿਚਾਰਾਂ ਸੁਣਦੇ ਹਾਂ, ਕਦੀ ਐਸਾ ਹੁੰਦਾ ਹੈ ਕਿ ਤੁਸੀਂ ਫੋਨ ਤੇ ਵਿਚਾਰਾਂ ਕਰਨ ਲੱਗ ਪਏ ਜਾਂ ਉਂਝ ਬੈਠ ਕੇ ਵਿਚਾਰਾਂ ਕਰਨ ਲੱਗ ਪਏ, ਪਤਾ ਹੀ ਨਹੀਂ ਲੱਗਿਆ ਟਾਈਮ ਕਦੋਂ ਲੰਘ ਗਿਆ। ਸਮਝ ਲਿਓ ਸੁਰਤ ਰਸ ਮਾਣ ਲਈ। ਆਖੋ ਵਾਹਿਗੁਰੂ। ਗੁਰ ਕੈ ਬਚਨ ਸੁਣ ਰਸਨ ਬਖਾਣੀ, ਨਾਲੇ ਬਚਨ ਸੁਣ ਕੇ ਰਸ ਮਾਣਿਆ, ਨਾਲੇ ਵਖਿਆਨ ਕਰਕੇ ਰਸ ਮਾਣਿਆ। ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ। ਫਿਰ ਗੁਰੂ ਦੀ ਕਿਰਪਾ ਦੇ ਨਾਲ ਸਤਿਗੁਰੂ ਜੀ ਕਹਿੰਦੇ ਮੇਰੇ ਬੋਲ ਵੀ ਅੰਮ੍ਰਿਤ ਦੇ ਰਸ ਵਾਲੇ ਬਣ ਗਏ। ਆਖੋ ਵਾਹਿਗੁਰੂ। ਤੁਹਾਡੇ ਸਾਡੇ ਸਾਰਿਆਂ ਦੇ ਬੋਲ ਅੰਮ੍ਰਿਤ ਦੇ ਰਸ ਵਾਲੇ ਬਣ ਜਾਂਦੇ ਨੇ ਜਦੋਂ ਗੁਰੂ ਦੇ ਉਪਦੇਸ਼ ਨੂੰ ਸਮਰਪਿਤ ਹੁੰਦੇ ਹਨ। ਤੇ ਸਾਡੇ ਬੋਲਾਂ ਤੋਂ ਰਸ ਮਾਣਦੇ ਨੇ ਗੁਰਸਿੱਖ, ਇੱਕ ਦੂਸਰੇ ਦੇ ਬੋਲਾਂ ਤੋਂ ਰਸ ਮਾਣਦੇ ਨੇ। ਗੁਰ ਕੈ ਬਚਨ ਮਿਟਿਆ ਮੇਰਾ ਆਪ। ਗੁਰੂ ਦੇ ਉਪਦੇਸ਼ ਜਦੋਂ ਜ਼ਿੰਦਗੀ ਵਿੱਚ ਜਿਉਏ ਤਾਂ ਅੰਦਰੋਂ ਆਪਾ ਭਾਵ ਮਿਟ ਗਿਆ। ਉਹ ਸੁਭਾਅ ਤੇ ਸੋਚ ਜਿਹਦੇ ਤੇ ਪਕੜ ਸੀ ਪਰ ਗੁਰੂ ਦੇ ਨਿਯਮ ਅਨੁਸਾਰ ਨਹੀਂ ਸੀ, ਉਹ ਸਾਰੀ ਅੰਦਰੋਂ ਮਿਟ ਗਏ। ਆਖੋ ਵਾਹਿਗੁਰੂ। ਸੁਭਾਅ ਮਿਟ ਗਿਆ। ਗੁਰ ਕੀ ਦਇਆ ਤੇ ਮੇਰਾ ਵੱਡ ਪ੍ਰਤਾਪ। ਗੁਰੂ ਨੇ ਕਿਰਪਾ ਕੀਤੀ, ਜੀਵਨ ਦਾ ਇੱਕ ਪ੍ਰਤਾਪ ਬਣ ਗਿਆ। ਪ੍ਰਤਾਪ ਹੁੰਦਾ ਦੂਸਰੇ ਤੇ ਪ੍ਰਭਾਵ ਪੈਣ ਵਾਲਾ। ਹਰ ਗੁਰਸਿੱਖ ਦਾ ਜੀਵਨ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਉਹ ਗੁਰੂ ਦੇ ਲਈ, ਰੱਬ ਦੇ ਲਈ, ਕੌਮ ਦੇ ਲਈ, ਸਮਾਜ ਦੇ ਲਈ ਆਪਾ ਵਾਰ ਦੇਵੇ ਔਰ ਉਹਦਾ ਪ੍ਰਭਾਵ ਬਣੇ। ਹਰ ਗੁਰਸਿੱਖ ਆਪਣੇ ਗੁਰੂ ਦੇ ਨਿਯਮਾਂ ਨੂੰ ਇਤਨਾ ਸਮਰਪਿਤ ਹੋਵੇ, ਇਤਨਾ ਸਮਰਪਿਤ ਹੋਵੇ, ਉਹ ਜਦੋਂ ਮੁੱਖ ਚੋਂ ਬੋਲ ਕੱਢੇ ਉਹਦਾ ਪ੍ਰਤਾਪ ਦੂਸਰਿਆਂ ਤੇ ਪਵੇ, ਪ੍ਰਭਾਵ ਪਵੇ, ਤਾਂ ਕਿ ਸਿੱਖ ਵਿਜ਼ਨਰੀ ਤੇ ਰੈਵੋਲੂਸ਼ਨਰੀ ਹੋਵੇ, ਕ੍ਰਾਂਤੀ ਲਿਆਵੇ, ਉਹਦੇ ਰਿਜ਼ਲਟ ਸਾਹਮਣੇ ਹੋਣ। ਜਿਸ ਸ਼ਹਿਰ ਦੇ ਵਿੱਚ ਤੁਸੀਂ ਪਰਉਪਕਾਰ ਕਰੋ ਉੱਥੇ ਹਿਸਟਰੀ ਬਣ ਜਾਵੇ, ਦੁਨੀਆ ਯਾਦ ਕਰੇ ਇਸ ਸ਼ਹਿਰ ਲਈ ਕੁਛ ਕੀਤਾ ਸੀ। ਆਖੋ ਵਾਹਿਗੁਰੂ। ਹਰ ਇੱਕ ਦੀ ਹਿਸਟਰੀ ਨਹੀਂ ਬਣਦੀ ਹੁੰਦੀ। ਛਾਤੀ ਮਾਰ ਕੇ ਦੇਖੋ, ਹਰ ਇੱਕ ਦਾ ਨਹੀਂ ਬਣਦਾ ਹੁੰਦਾ ਇਹਨੇ ਸ਼ਹਿਰ ਲਈ ਕੀ ਕੀਤਾ। ਕੁਛ ਐਸੇ ਹੁੰਦੇ ਨੇ ਜਿੱਥੇ ਵੀ ਰਹਿੰਦੇ ਨੇ ਉਸ ਸ਼ਹਿਰ ਲਈ ਕੁਛ ਐਸਾ ਕਰ ਜਾਂਦੇ ਨੇ ਜਿਹੜਾ ਹਿਸਟਰੀ ਬਣਦੀ ਹੈ। ਉਹ ਪ੍ਰਤਾਪ ਹੁੰਦਾ ਹੈ। ਆਖੋ ਵਾਹਿਗੁਰੂ। ਗੁਰ ਕੈ ਬਚਨ ਮਿਟਿਆ ਮੇਰਾ ਭਰਮ। ਗੁਰੂ ਦੇ ਉਪਦੇਸ਼ ਰਾਹੀਂ ਸਤਿਗੁਰੂ ਜੀ ਕਹਿੰਦੇ ਅੰਦਰੋਂ ਭਰਮ ਮਿਟ ਗਿਆ, ਭੁਲੇਖਾ ਮਿਟ ਗਿਆ। ਗੁਰ ਕੈ ਬਚਨ ਵੇਖਿਓ ਸਭ ਬ੍ਰਹਮ। ਕਿਉਂਕਿ ਹਰ ਥਾਂ ਤੇ ਗੁਰੂ ਦੇ ਉਪਦੇਸ਼ ਰਾਹੀਂ ਬ੍ਰਹਮ ਹਾਜ਼ਰ ਨਾਜ਼ਰ ਦਿਖਾਈ ਦਿੰਦੇ ਨੇ। ਵਾਹਿਗੁਰੂ ਜੀ। ਛੋਟੇ ਤੇ ਵੱਡੇ ਹਰ ਵਰਤਾਰੇ ਵਿੱਚ, ਹਰ ਹੈਪਨਿੰਗ ਦੇ ਵਿੱਚ, ਹਰ ਘਟਨਾ ਦੇ ਵਿੱਚ ਰੱਬ ਸੱਚਾ ਗਿਆਨ ਬਣ ਕੇ ਸਮਾਇਆ ਹੋਇਆ। ਹਰ ਘਟਨਾ ਵਿੱਚੋਂ ਸਿੱਖਣ ਨੂੰ ਮਿਲ ਜਾਂਦਾ ਹੈ। ਵਾਹਿਗੁਰੂ। ਹਰ ਇੱਕ ਦੇ ਅੰਦਰ ਵਾਹਿਗੁਰੂ ਜੀ ਗੁਣ ਬਣ ਕੇ ਸਮਾਏ ਹੋਏ ਨੇ, ਬਸ਼ਰਤੇ ਕਿ ਅੰਦਰੋਂ ਨਫ਼ਰਤ ਪਾਸੇ ਕੱਢੋ। ਆਖੋ ਵਾਹਿਗੁਰੂ। ਨਫ਼ਰਤ ਪਾਸੇ ਕੱਢ ਕੇ ਦੇਖ, ਜਿਹਦੇ ਨਾਲ ਤੂੰ ਨਫ਼ਰਤ ਕਰ ਰਿਹਾ, ਜਿਹਨੂੰ ਘਟੀਆ ਸਮਝ ਰਿਹਾ ਨਾ, ਤੈਨੂੰ ਉਹਦੇ ਚੰਗੇ ਗੁਣ ਦਿਸਣ ਲੱਗ ਜਾਣਗੇ, ਉਹਦੇ ਚੰਗੇ ਪਰਉਪਕਾਰ ਦਿਸਣ ਲੱਗ ਜਾਣਗੇ। ਇਸ ਨਫ਼ਰਤ ਦੇ ਨਾਲ ਆਪਣਾ ਮਨ ਕਾਲਾ ਕਰ ਲੈਂਦਾ ਹੈ, ਦੂਸਰੇ ਦਾ ਕੀ ਕਰੇਗਾ। ਆਖੋ ਵਾਹਿਗੁਰੂ। ਜਦੋਂ ਗੁਰੂ ਦੇ ਬਚਨ, ਗੁਰੂ ਦੇ ਉਪਦੇਸ਼ ਰਹਿਮਤ ਕਰਦੇ ਨੇ, ਬਖਸ਼ਿਸ਼ ਹੁੰਦੀ ਹੈ, ਫਿਰ ਅੰਦਰੋਂ ਨਫ਼ਰਤ ਮਿਟਦੀ ਹੈ, ਗੁਣ ਦੇਖਣ ਦੀ ਯੋਗਤਾ ਹੁੰਦੀ ਹੈ। ਰੱਬ ਗੁਣ ਬਣ ਕੇ ਹਰ ਥਾਂ ਤੇ ਨੇ। ਵਾਹਿਗੁਰੂ ਜੀ ਸੱਚਾ ਗਿਆਨ ਬਣ ਕੇ ਹਰ ਥਾਂ ਤੇ ਨੇ, ਤੇ ਵਾਹਿਗੁਰੂ ਜੀ ਨਿਯਮ ਬਣ ਕੇ ਹਰ ਥਾਂ ਤੇ ਨੇ। ਉਹ ਸਾਰੇ ਪਾਸੇ ਸਭ ਬ੍ਰਹਮ ਮਹਿਸੂਸ ਹੁੰਦੇ ਨੇ। ਆਖੋ ਵਾਹਿਗੁਰੂ। ਵੇਖਿਓ ਸਭ ਬ੍ਰਹਮ। ਗੁਰ ਕੈ ਬਚਨ ਕੀਨੋ ਰਾਜ ਜੋਗ। ਗੁਰੂ ਦੇ ਉਪਦੇਸ਼ਾਂ ਨੂੰ ਜ਼ਿੰਦਗੀ ਜਿਉਂ ਕੇ ਦੇਖਿਆ, ਅੰਦਰੋਂ ਜੋਗੀ ਤੇ ਬਾਹਰੋਂ ਰਾਜਾ ਬਣ ਕੇ ਜਿਉਣਾ ਆ ਗਿਆ। ਅੰਦਰੋਂ ਸੰਤ ਤੇ ਬਾਹਰੋਂ ਸਿਪਾਹੀ ਬਣ ਕੇ ਜਿਉਣਾ ਆ ਗਿਆ। ਆਖੋ ਵਾਹਿਗੁਰੂ। ਅੰਦਰ ਜੋ ਸੰਤ ਅਵਸਥਾ ਹੈ ਉਹ ਕਿਸੇ ਨੂੰ ਜ਼ਾਹਰ ਕਰਨ ਦੀ ਲੋੜ ਨਹੀਂ। ਕੋਈ ਉਸ ਨੂੰ ਸਮਝੇ ਨਾ ਸਮਝੇ,
ਇਹਦਾ ਮਤਲਬ ਹੀ ਕੋਈ ਨਹੀਂ, ਕਿਉਂਕਿ ਇਹ ਤਾਂ ਗੁਰੂ ਨੇ, ਗੁਰੂ ਦੀ ਰਹਿਮਤ ਹੁੰਦੀ ਹੈ। ਜੋ ਬਾਹਰੋਂ ਸਿਪਾਹੀ ਬਣ ਕੇ ਜਿਉਣਾ ਹੈ, ਉਹ ਆਪਣੇ ਗੁਰੂ ਲਈ, ਆਪਣੇ ਰੱਬ ਲਈ, ਕੌਮ ਲਈ ਅਤੇ ਸਮਾਜ ਲਈ ਆਪਾ ਵਾਰ ਦੇਣਾ ਹੁੰਦਾ ਹੈ। ਇਹ ਮਿਲਣਾ ਗੁਰੂ ਦੇ ਉਪਦੇਸ਼ਾਂ ਵਿੱਚੋਂ ਹੈ। ਗੁਰ ਕੈ ਸੰਗ ਤਰਿਆ ਸਭ ਲੋਗ, ਗੁਰ ਸਰੂਪ ਦਾ, ਗੁਰੂ ਦੇ ਉਪਦੇਸ਼ ਦਾ ਜਿਹਨੇ ਵੀ ਸੰਗ ਕੀਤਾ, ਭਾਵ ਜਿਹਨੇ ਵੀ ਗੁਰੂ ਦੇ ਉਪਦੇਸ਼ ਨੂੰ ਮੰਨਿਆ, ਉਹਦਾ ਜੀਵਨ ਸਫਲ ਹੋ ਜਾਂਦਾ ਹੈ। ਉਤਰ ਜਾਂਦੇ ਨੇ, ਜੀਵਨ ਨੂੰ ਮੈਨੇਜ ਕਰ ਜਾਂਦੇ ਨੇ। ਗੁਰ ਕੈ ਬਚਨ ਮੇਰਾ ਕਾਰਜ ਸਿੱਧ, ਗੁਰੂ ਦੇ ਉਪਦੇਸ਼ ਮੰਨਦੇ ਹਾਂ, ਜੀਵਨ ਸਫਲ ਹੁੰਦਾ ਹੈ, ਜ਼ਿੰਦਗੀ ਦੇ ਕਾਰਜ ਸਫਲ ਹੁੰਦੇ ਨੇ। ਗੁਰ ਕੈ ਬਚਨ ਪਾਇਆ ਨਾਉ ਨਿਧ, ਗੁਰੂ ਦੇ ਉਪਦੇਸ਼ ਮੰਨ ਕੇ ਸਮਝ ਲਓ ਉਹ ਆਤਮਿਕ ਜੀਵਨ, ਆਤਮਿਕ ਆਨੰਦ, ਆਤਮਿਕ ਗੁਣਾਂ ਦੀ ਐਸੀ ਕੀਮਤੀ ਵਸਤੂ ਮਿਲ ਜਾਂਦੀ ਹੈ ਜਿਹਦੇ ਮੁਕਾਬਲੇ ਤੇ ਦੁਨੀਆ ਦੇ ਨੌ-ਨਿਧ ਕੁਛ ਵੀ ਨਹੀਂ। ਭਾਵ ਦੁਨਿਆਵੀ ਪ੍ਰਾਪਤੀਆਂ ਤੋਂ ਉੱਪਰ ਪ੍ਰਾਪਤੀ ਹੈ, ਗੁਰੂ ਦੀ ਬਖਸ਼ਿਸ਼ ਪ੍ਰਾਪਤ ਹੁੰਦੀ ਹੈ ਗੁਰੂ ਦੇ ਉਪਦੇਸ਼ ਮੰਨ ਕੇ। ਜਿਨ ਜਿਨ ਕੀਨੀ ਮੇਰੇ ਗੁਰ ਕੀ ਆਸਾ, ਜਿਨ੍ਹਾਂ ਨੂੰ ਆਪਣੇ ਗੁਰੂ ਤੇ ਭਰੋਸਾ, ਗੁਰੂ ਤੇ ਟੇਕ, ਗੁਰੂ ਤੇ ਵਿਸ਼ਵਾਸ, ਤਿਸ ਕੀ ਕਟੀ ਹੈ ਜਮ ਕੀ ਫਾਸਾ, ਉਹਨਾਂ ਦੇ ਸੁਭਾਅ ਤੇ ਸੋਚ ਵਿੱਚੋਂ ਵਿਕਾਰਾਂ ਦੀਆਂ ਆਦਤਾਂ ਦੀ ਫਾਂਸੀ ਗੁਰੂ ਦੀ ਬਖਸ਼ਿਸ਼ ਦੇ ਨਾਲ ਕੱਟੀ ਜਾਂਦੀ ਹੈ। ਆਖੋ ਵਾਹਿਗੁਰੂ। ਗੁਰ ਕੈ ਬਚਨ ਜਾਗਿਆ ਮੇਰਾ ਕਰਮ, ਗੁਰੂ ਦੇ ਉਪਦੇਸ਼ ਨੂੰ ਮੰਨਣ ਦੇ ਨਾਲ ਅੰਦਰ ਸੋਝੀ ਆ ਜਾਂਦੀ ਹੈ, ਅੰਦਰ ਸੋਚ ਤੇ ਸੁਭਾਅ ਵਿੱਚ ਜਾਗ੍ਰਿਤੀ ਆ ਜਾਂਦੀ ਹੈ, ਅਵੇਅਰ ਹੋ ਜਾਂਦਾ ਹੈ, ਅੰਦਰ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਨਾਨਕ ਗੁਰ ਭੇਟਿਆ ਪਾਰ ਬ੍ਰਹਮ, ਜੋ ਗੁਰ ਸਰੂਪ ਹੈ ਨਾ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰ ਸਰੂਪ, ਉਪਦੇਸ਼, ਗਿਆਨ ਤੇ ਰੱਬ ਦਾ ਰੂਪ ਵੀ ਸੱਚਾ ਗਿਆਨ ਹੈ। ਇਸ ਲਈ ਗੁਰ ਤੇ ਪਾਰ ਬ੍ਰਹਮ ਵਿੱਚ ਭੇਦ ਨਹੀਂ। ਆਖੋ ਵਾਹਿਗੁਰੂ। ਪਾਰ ਬ੍ਰਹਮ ਗੁਰ ਨਾਹੀ ਭੇਦ, ਤੇ ਗੁਰ ਜੋ ਪਾਰ ਬ੍ਰਹਮ ਦਾ ਸਰੂਪ ਹੈ, ਉਹਦਾ ਮਿਲਾਪ ਹੋ ਜਾਂਦਾ। ਆਖੋ ਵਾਹਿਗੁਰੂ। ਗੌੜੀ ਮਹੱਲਾ ਪੰਜਵਾਂ, ਗੌੜੀ ਰਾਗ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਅਗਲੀ 9ਵੀਂ ਅਸ਼ਟਪਦੀ ਸ਼ੁਰੂ ਹੋ ਰਹੀ ਹੈ। ਇਸ ਗੁਰ ਕੋ ਸਿਮਰੋ ਸਾਸ ਸਾਸ, ਗੁਰ ਸਰੂਪ ਗੁਰੂ ਦੇ ਉਪਦੇਸ਼ ਹੈ। ਉਪਦੇਸ਼ ਦਾ ਸਿਮਰਨ, ਉਪਦੇਸ਼ ਨੂੰ ਯਾਦ ਰੱਖਣਾ ਹੈ। ਕਦੋਂ? ਸਾਸ ਸਾਸ, ਹਰ ਵੇਲੇ, ਹਰ ਵੇਲੇ ਯਾਦ ਰੱਖਣਾ। ਮਨ ਫੈਸਲਾ ਲੈਂਦਾ, ਮੈਂ ਆ ਗੱਲ ਸੁਣਾ ਕਿ ਨਾ ਸੁਣਾ, ਇੱਥੇ ਬੈਠਾਂ ਕਿ ਨਾ ਬੈਠਾਂ, ਦੇਖਾਂ ਕਿ ਨਾ ਦੇਖਾਂ, ਖਾਵਾਂ ਕਿ ਨਾ ਖਾਵਾਂ। ਹਰ ਕੰਮ ਮਨ ਦਾ ਕਰਨ ਤੋਂ ਪਹਿਲਾਂ ਇਹਨੂੰ ਗੁਰੂ ਦਾ ਉਪਦੇਸ਼ ਚੇਤੇ ਹੋਣਾ ਚਾਹੀਦਾ। ਆਖੋ ਵਾਹਿਗੁਰੂ। ਜਿਨ੍ਹਾਂ ਨੂੰ ਚੇਤੇ ਹੈ ਗੁਰ ਮੇਰੇ ਪ੍ਰਾਣ, ਸਤਿਗੁਰ ਮੇਰੀ ਰਾਸ ਰਹਾਉ, ਉਹਨਾਂ ਨੂੰ ਪਤਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਜੋ ਗੁਰ ਸਰੂਪ ਹੈ, ਉਪਦੇਸ਼ ਨੇ, ਉਹ ਮੇਰੇ ਆਤਮਿਕ ਜੀਵਨ ਦੇ ਪ੍ਰਾਣ ਨੇ। ਤੇ ਜੋ ਗੁਰੂ ਦੀ ਆਵਾਜ਼ ਹੈ, ਸਤਿਗੁਰ ਸਰੂਪ ਸੱਚਾ ਗਿਆਨ, ਉਹ ਮੇਰੀ ਪੂੰਜੀ ਹੈ। ਆਖੋ ਵਾਹਿਗੁਰੂ। ਇਹ ਰਹਾਉ ਪਦਾ ਹੈ ਸ਼ਬਦ ਦਾ। ਗੁਰ ਕਾ ਦਰਸ਼ਨ ਦੇਖ ਦੇਖ ਜੀਵਾਂ, ਆਤਮਿਕ ਜੀਵਨ ਗੁਰੂ ਦੇ ਉਪਦੇਸ਼ ਨੂੰ ਦੇਖ ਦੇਖ ਕੇ ਜਿਉਇਆ ਜਾਂਦਾ। ਆਖੋ ਵਾਹਿਗੁਰੂ। ਗੁਰੂ ਦੇ ਉਪਦੇਸ਼ ਨੂੰ ਜ਼ਿੰਦਗੀ 'ਚ ਜਿਉ ਕੇ ਆਤਮਿਕ ਜੀਵਨ ਜਿਉਇਆ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਗੁਰ ਸਰੂਪ ਦੇ ਦਰਸ਼ਨ ਕਰਕੇ ਮੈਂ ਵਾਰ-ਵਾਰ ਇਸ ਨੂੰ ਧਿਆਨ ਵਿੱਚ ਕਰਕੇ ਆਤਮਿਕ ਜੀਵਨ ਜਿਉਂਦਾ ਹਾਂ। ਗੁਰ ਕੇ ਚਰਨ ਧੋਏ ਧੋਏ ਪੀਵਾਂ, ਗੁਰ ਸਰੂਪ ਦੇ ਚਰਨ ਕਿਹੜੇ ਨੇ? ਉਪਦੇਸ਼। ਧੋਣਾ ਕੀ ਹੈ? ਆਪਣੇ ਸੋਚ ਸੁਭਾਅ ਦੀ ਮੈਲ ਲਾਉਣੀ। ਇਹ ਗੁਰ ਕੇ ਚਰਨ ਧੋਣ ਦਾ ਤਰੀਕਾ ਹੀ ਜਪਜੀ ਸਾਹਿਬ ਵਿੱਚ ਹੈ। ਸੁਣਿਆ, ਮੰਨਿਆ, ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਹਾਓ। ਇਹ ਸਭ ਤੋਂ ਵੱਡਾ ਇਸ਼ਨਾਨ ਹੈ। ਗੁਰ ਕੀ ਰੇਣ ਨਿਤ ਮੱਜਨ ਕਰੋ। ਇੱਥੇ ਨਿਤ ਦੇ ਅਰਥ ਹੈ ਹਰ ਵੇਲੇ, ਹਰ ਸਮੇਂ ਗੁਰੂ ਦੇ ਉਪਦੇਸ਼ ਵਿੱਚ ਮਨ ਤੇ ਮਤ ਦਾ ਇਸ਼ਨਾਨ। ਇਹਦੇ ਨਾਲ ਜਨਮ ਜਨਮ ਕੀ ਹਉਮੈ ਮਲ ਹਰੋਂ। ਕਦੀ ਨਫ਼ਰਤ ਦਾ ਜਨਮ ਹੋ ਗਿਆ, ਕਦੀ ਨਿੰਦਾ ਦੇ ਰਸ ਦਾ ਜਨਮ ਹੋ ਗਿਆ, ਕਦੀ ਜੈਲਸ ਦਾ ਜਨਮ ਹੋ ਗਿਆ, ਕਦੀ ਲੋਭ ਲਾਲਚ ਦਾ ਜਨਮ ਹੋ ਗਿਆ, ਕਦੀ ਹੰਕਾਰ ਦਾ ਜਨਮ ਹੋ ਗਿਆ। ਜਿੰਨੇ ਵਾਰੀ ਜਨਮ ਹੋਇਆ ਉਨੇ ਵਾਰੀ ਮੈਲ ਲੱਗ ਗਈ। ਜਨਮ ਜਨਮ ਕੀ ਹਉਮੈ ਮਲ। ਹੁਣ ਉਸ ਤੇ, ਉਸ ਸੁਭਾਅ ਤੇ, ਉਸ ਸੋਚ ਤੇ ਪਕੜ ਪੈਦਾ ਹੋ ਗਈ, ਹਉਮੈ ਪੈਦਾ ਹੋ ਗਈ। ਮੇਰਾ ਸੁਭਾਅ ਪਰਫੈਕਟ ਹੈ, ਮੇਰੀ ਸੋਚ ਪਰਫੈਕਟ ਹੈ, ਉਹਦੇ ਉਲਟ ਸੁਣਨਾ ਨਹੀਂ ਚਾਹੁੰਦਾ। ਤੇ ਸਤਿਗੁਰੂ ਜੀ ਕਹਿੰਦੇ ਇਹ ਮੈਲ ਮੈਂ ਕਿਵੇਂ ਦੂਰ ਕਰਦਾ ਹਾਂ? ਆਪਣੇ ਤੇ ਲਾ ਕੇ ਕਹਿੰਦੇ ਨੇ। ਹਾਲਾਂਕਿ ਗੁਰੂ ਸਾਹਿਬ ਦੇ ਮਨ ਵਿੱਚ ਐਸੀ ਮੈਲ ਨਹੀਂ ਹੈ।
ਸਾਨੂੰ ਸਿਖਾ ਰਹੇ ਨੇ। ਇਹ ਮੈਲ ਦੂਰ ਕਰਨ ਦਾ ਤਰੀਕਾ ਕੀ ਹੈ? ਗੁਰੂ ਦੇ ਉਪਦੇਸ਼ ਵਿੱਚ, ਉਪਦੇਸ਼ ਦੀ ਧੂੜੀ ਵਿੱਚ ਇਸ਼ਨਾਨ ਕਰਨਾ, ਭਾਵ ਸੁਣਨਾ, ਮੰਨਣਾ, ਪ੍ਰੈਕਟੀਕਲ ਜ਼ਿੰਦਗੀ ਜਿਉਣਾ। ਆਖੋ ਵਾਹਿਗੁਰੂ। ਇਸ ਗੁਰ ਕੋ ਚੂਲਾਵੋਂ ਪਾਖਾ, ਤੇ ਗੁਰ ਸਰੂਪ ਦੇ ਲਈ ਹਰ ਤਰ੍ਹਾਂ ਦੀ ਸੇਵਾ ਕਰਨੀ, ਪੱਖਾ ਚੱਲਣਾ, ਸੇਵਾ ਕਰਨੀ, ਕਿਉਂਕਿ ਸਮਾਂ ਬਦਲਦਾ ਹੈ। ਸਮੇਂ ਦੇ ਬਦਲਣ ਨਾਲ ਸਥਿਤੀਆਂ ਬਦਲਦੀਆਂ ਨੇ, ਸਥਿਤੀਆਂ ਦੇ ਬਦਲਣ ਦੇ ਨਾਲ ਪ੍ਰਸਥਿਤੀਆਂ ਬਦਲ ਜਾਂਦੀਆਂ ਨੇ, ਤੇ ਸਭ ਕੁਝ ਬਦਲ ਜਾਂਦਾ ਹੈ। ਪੁਰਾਤਨ ਸਮਿਆਂ ਦੇ ਵਿੱਚ ਇਲੈਕਟ੍ਰੀਸਿਟੀ ਨਹੀਂ ਸੀ, ਹੱਥ ਨਾਲ ਪੱਖਾ ਚੱਲਿਆ ਜਾਂਦਾ ਸੀ। ਅੱਜ ਕਿਸੇ ਨੂੰ ਪੱਖਾ ਚੱਲਣਾ ਹੈ ਤੇ ਬੰਦਾ ਬੈਠਾ ਬੈਠਾ ਰਿਮੋਟ ਚੁੱਕੇਗਾ, ਏਸੀ ਔਨ ਕਰ ਦੇਗਾ। ਪਰ ਪੱਖਾ ਚੱਲਣਾ ਇੱਕ ਪ੍ਰਤੀਕ ਹੈ ਸੇਵਾ ਕਰਨੀ, ਆਪਾ ਵਾਰਨਾ। ਸੇਵਾ ਕਰਨ ਦੇ ਲਈ ਆਪ ਨੂੰ ਔਖਾ ਵੀ ਹੋਣਾ ਪਵੇ ਤਾਂ ਵੀ ਕੋਈ ਨਹੀਂ। ਪੱਖਾ ਚੱਲਣ ਦਾ ਇਹ ਕਨਸੈਪਟ ਹੈ, ਕਿਉਂਕਿ ਜਿਹੜਾ ਪੱਖਾ ਚੱਲ ਰਿਹਾ ਹੁੰਦਾ ਉਹਨੂੰ ਆਪ ਨੂੰ ਹਵਾ ਨਹੀਂ ਆ ਰਹੀ ਹੁੰਦੀ, ਦੂਜਿਆਂ ਨੂੰ ਹਵਾ ਦੇ ਰਿਹਾ ਹੁੰਦਾ, ਆਪ ਨੂੰ ਗਰਮੀ ਲੱਗ ਰਹੀ ਹੁੰਦੀ ਹੈ। ਇਹ ਇਸ਼ਾਰਾ ਹੈ ਕਿ ਗੁਰ ਸਰੂਪ ਪ੍ਰਾਪਤ ਕਰਨ ਵਾਸਤੇ ਸਾਡੀ ਬਿਰਤੀ ਕੀ ਹੋਣੀ ਚਾਹੀਦੀ ਹੈ ਕਿ ਅਸੀਂ ਪਰਉਪਕਾਰ ਕਰਨਾ ਹੈ। ਪਰਉਪਕਾਰ ਦੇ ਮਾਮਲੇ 'ਚ ਔਖਾ ਹੋਣਾ ਪਿਆ, ਕੋਈ ਗੱਲ ਨਹੀਂ, ਉਹ ਪ੍ਰੀਖਿਆਵਾਂ ਹੁੰਦੀਆਂ ਨੇ, ਉਹਦੇ ਨਾਲ ਬਖਸ਼ਿਸ਼ ਮਿਲਦੀ ਹੈ, ਉਹਦੇ ਨਾਲ ਵਿਸ਼ਵਾਸ ਵੱਧਦਾ ਹੈ, ਉਹਦੇ ਨਾਲ ਅਡੋਲਤਾ ਹੁੰਦੀ ਹੈ। ਮਹਾਂ ਅਗਨ ਤੇ ਹੱਥ ਦੇ ਰਾਖਾ, ਤੇ ਵਾਹਿਗੁਰੂ ਜੀ ਬਖਸ਼ਿਸ਼ ਦਿੰਦੇ ਨੇ। ਫਿਰ ਜਿਹੜੀ ਕੁਸੰਗੀ ਪ੍ਰਭਾਵ, ਬੁਰੀਆਂ ਆਦਤਾਂ ਦੀ ਅੰਦਰ ਤ੍ਰਿਸ਼ਨਾ ਲੋਭ ਦੀ ਅਗਨੀ ਹੈ ਨਾ, ਉਹ ਬੁੱਝ ਜਾਂਦੀ ਹੈ, ਉਹਦੇ ਤੋਂ ਵਾਹਿਗੁਰੂ ਜੀ ਬਚਾ ਕਰ ਦਿੰਦੇ ਨੇ। ਆਖੋ ਵਾਹਿਗੁਰੂ। ਫਿਰ ਤ੍ਰਿਸ਼ਨਾ ਦੇ ਵਿੱਚ ਲੋਭੀ ਹੋ ਕੇ ਨਹੀਂ ਜਿਉਂਦਾ, ਉਹ ਸਵਾਰਥੀ ਨਹੀਂ ਹੁੰਦਾ, ਉਹ ਪਰਉਪਕਾਰੀ ਹੁੰਦਾ ਹੈ, ਸਬਰ ਸੰਤੋਖ ਵਿੱਚ ਜਿਉਂਦਾ। ਆਖੋ ਵਾਹਿਗੁਰੂ। ਇਸ ਗੁਰ ਕੈ ਗ੍ਰਹਿ ਢੋਵੋਂ ਪਾਣੀ, ਫਿਰ ਪਾਣੀ ਢੋਣਾ ਇਹ ਸੇਵਾ ਹੁੰਦੀ ਸੀ। ਅੱਜ ਸਥਿਤੀਆਂ ਪ੍ਰਸਥਿਤੀਆਂ ਬਦਲ ਗਈਆਂ ਨੇ। ਪੁਰਾਤਨ ਸਮੇਂ 'ਚ ਦੂਰੋਂ ਪਾਣੀ ਲਿਆਂਦਾ ਜਾਂਦਾ ਸੀ, ਅੱਜ ਤਾਂ ਥਾਂ ਥਾਂ 'ਤੇ ਵਾਟਰ ਸਿਸਟਮ ਘਰਾਂ ਵਿੱਚ ਹੈ। ਪਾਣੀ ਢੋਣ ਦੇ ਅਰਥ ਸੀ ਕਿ ਦੂਰੋਂ ਕੋਈ ਚੀਜ਼ ਲਿਆ ਕੇ ਕਿਸੇ ਨੂੰ ਦੇਣੀ। ਅੱਜ ਜਿੰਨੀਆਂ ਰਿਕੁਆਇਰਮੈਂਟਸ ਨੇ, ਜੋ ਚਾਹੀਦਾ ਸਮਾਜ ਨੂੰ, ਕੌਮ ਨੂੰ, ਬੱਚਿਆਂ ਨੂੰ, ਪਰਉਪਕਾਰ ਦੇ ਲਈ, ਉਹ ਲਿਆ ਕੇ ਕਿਤੋਂ ਦੇਣਾ। ਗੁਰੂ ਦੇ ਵਿਰਸੇ ਤੋਂ ਲਿਆ ਕੇ ਸਿੱਖੀ ਦਾ ਗਿਆਨ ਦੂਸਰਿਆਂ ਨੂੰ ਵੰਡਣਾ ਸੇਵਾ ਹੈ, ਬੜੀ ਵੱਡੀ ਸੇਵਾ ਹੈ। ਆਪਣੇ ਗੁਰੂ ਤੋਂ ਲਗਨ, ਪਿਆਰ, ਸਿਦਕ, ਵਿਸ਼ਵਾਸ ਲੈਣਾ, ਗੁਰਸਿੱਖਾਂ ਨੂੰ ਵੰਡਣਾ। ਜਿਹਨੂੰ ਵੰਡਿਆ ਉਹਦੇ ਅੰਦਰ ਗੁਰਬਾਣੀ ਦਾ ਪਿਆਰ, ਲਗਨ ਪੈਦਾ ਹੋ ਗਈ। ਜਿਨ੍ਹਾਂ ਨੇ ਆਪਣੇ ਗੁਰੂ ਦੇ ਲਈ ਸੇਵਾਵਾਂ ਕੀਤੀਆਂ, ਜਿਸ ਗੁਰ ਤੇ ਅਕਲ ਗਤ ਜਾਣੀ, ਉਹਨਾਂ ਨੇ ਆਪਣੇ ਅੰਦਰ ਇੱਕ ਮਹਿਸੂਸ ਕੀਤਾ ਕਿ ਜੇ ਮੈਂ ਗੁਰ ਸਰੂਪ ਤੋਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜੋ ਗੁਰੂ ਦਾ ਸੱਚਾ ਗਿਆਨ ਹੈ, ਉਹਦੇ ਤੋਂ ਮੈਂ ਸੋਝੀ ਲੈ ਰਿਹਾ, ਤੇ ਮੇਰਾ ਫਰਜ਼ ਬਣਦਾ ਹੈ ਗੁਰੂ ਦੀ ਕੌਮ ਲਈ ਕੁਝ ਬਣਨਾ, ਗੁਰੂ ਦੀ ਕੌਮ ਲਈ ਪਰਉਪਕਾਰ ਕਰਨਾ। ਜਿਸ ਗੁਰੂ ਨੇ ਰਹਿਮਤਾਂ ਕੀਤੀਆਂ ਨੇ, ਜਿਸ ਵਾਹਿਗੁਰੂ ਜੀ ਨੇ ਇਤਨੀਆਂ ਬਖਸ਼ਾਂ ਦਿੱਤੀਆਂ ਨੇ, ਦਾਤਾਂ ਦਿੱਤੀਆਂ ਨੇ, ਵਾਹਿਗੁਰੂ ਜੀ ਦੀ ਬਣਾਈ ਮਨੁੱਖਤਾ ਦੇ ਲਈ, ਕੁਦਰਤ ਦੇ ਲਈ ਕੁਝ ਕਰਨਾ। ਇਸ ਗੁਰ ਕੈ ਗ੍ਰਹਿ ਪੀਸੋ ਨੀਤ, ਤੀਸਰੀ ਸੇਵਾ ਸੀ ਚੱਕੀ ਤੇ ਕਣਕ ਪੀਣੀ, ਲੰਗਰ ਲਈ ਆਟਾ ਤਿਆਰ ਕਰਨਾ। ਉਹ ਵੀ ਅੱਜ ਪ੍ਰਸਥਿਤੀਆਂ ਬਦਲ ਗਈਆਂ। ਇਹਨਾਂ ਦੇਸ਼ਾਂ 'ਚ ਤਾਂ ਪੀਠਾ ਪਠਾਇਆ ਆਟਾ ਮਿਲਦਾ ਹੈ, ਲਿਆਈ ਦੇਣਾ ਹੈ। ਪਰ ਇਹਦੇ ਕਨਸੈਪਟ ਸਮਝਣੇ ਨੇ, ਮੱਖੀ ਤੇ ਮੱਖੀ ਨਹੀਂ ਮਾਰਨੀ, ਕਨਸੈਪਟ ਸਮਝਣੇ ਨੇ। ਆਪ ਜਾਣੀ ਸਖਤ ਮਿਹਨਤ ਕਰਕੇ, ਆਪ ਕਣਕ ਪੀਂਦਿਆਂ ਔਖਿਆਈ ਕੱਟ ਕੇ ਕਿਸੇ ਦੇ ਲਈ ਕੁਝ ਕਰਨਾ। ਜਿਹੜੀ ਸੇਵਾ ਹੁੰਦੀ ਹੈ ਨਾ, ਸੇਵਾ ਦੇ ਅਰਥ ਹੈ ਆਪ ਮੁਸ਼ਕਿਲਾਂ ਆਪਣੇ ਤੇ ਚੱਲ ਜਾਣੀਆਂ, ਉਸ ਵਿੱਚ ਵਿਘਨ, ਰੁਕਾਵਟਾਂ, ਦੁੱਖਾਂ ਨੂੰ ਆਪਣੇ ਤੇ ਚੱਲ ਜਾਣਾ, ਪਰ ਦੂਸਰਿਆਂ ਨੂੰ ਕੁਝ ਵੰਡ ਜਾਣਾ, ਕਿਉਂਕਿ ਗੁਰੂ ਨੇ ਸਾਡੇ ਲਈ ਕਰਕੇ ਦਿਖਾ ਦਿੱਤਾ। ਆਖੋ ਵਾਹਿਗੁਰੂ। ਇਸ ਲਈ ਗੁਰੂ ਦੇ ਲਈ ਇਹ ਸੇਵਾਵਾਂ ਕਰਨੀਆਂ। ਇੱਥੇ ਜੇ ਗ੍ਰਹਿ ਵਿੱਚ ਪੀਸਣ ਦੀ ਗੱਲ ਕੀਤੀ ਗਈ ਹੈ, ਤਾਂ ਅਸੀਂ ਆਪਣੇ ਸੁਭਾਅ ਦੇ ਵਿੱਚ ਗੁਰੂ ਦੀਆਂ ਵਿਚਾਰਾਂ ਨੂੰ ਪੀਸ ਕੇ, ਜਾਣੀ ਚੰਗੀਆਂ ਵਿਚਾਰਾਂ ਕੱਢ ਕੇ ਲੋਕਾਂ ਦੇ ਸਾਹਮਣੇ ਰੱਖਣੀਆਂ। ਬੜੇ ਤਰ੍ਹਾਂ ਦੀਆਂ ਸੇਵਾਵਾਂ ਨੇ। ਸਮੇਂ ਅਨੁਸਾਰ ਮੈਂ ਬੱਚਿਆਂ ਦੀਆਂ ਜਿਹੜੀਆਂ ਆਨਲਾਈਨ ਕਲਾਸਿਸ
ਲਈਦੀਆਂ ਨੇ। ਐਵਰੀ ਵੀਕ, ਹਰ ਹਫ਼ਤੇ ਸ਼ਨਿੱਚਰਵਾਰ ਨੂੰ, ਸੈਟਰਡੇ ਨੂੰ 2:30 ਟਾਈਮ ਜਿਹੜਾ ਹੈ ਉਹ ਸਸਕੈਚੁਆਨ ਦਾ ਟਾਈਮ, ਪਰ ਸਸਕੈਚੁਆਨ ਵਿੱਚ ਟਾਈਮ ਜਿਹੜਾ ਚੇਂਜ ਨਹੀਂ ਹੁੰਦਾ, ਬਾਕੀ ਪ੍ਰੋਵਿੰਸ ਵਿੱਚ ਚੇਂਜ ਹੁੰਦਾ ਹੈ। ਅਤੇ ਉੱਥੇ ਤਕਰੀਬਨ 1:30 ਜਿਹੜਾ ਟਾਈਮ ਹੈ ਉਹ ਅਲਬਰਟਾ ਦਾ ਟਾਈਮ ਹੈ। 12:30 ਜਿਹੜਾ ਹੈ ਉਹ ਵੈਨਕੂਵਰ ਦਾ ਟਾਈਮ ਹੈ। ਉਸ ਮੁਤਾਬਕ ਨਿਊ ਜਰਸੀ ਤੋਂ, USA ਤੋਂ ਬੱਚੇ, ਕੈਨੇਡਾ ਤੋਂ ਬੱਚੇ ਔਨਲਾਈਨ ਕਲਾਸਾਂ ਲਾਉਂਦੇ ਨੇ। ਮੈਂ ਪਿਛਲੀ ਕਲਾਸ ਵਿੱਚ ਉਹਨਾਂ ਨੂੰ ਸਿਖਾ ਰਿਹਾ ਸੀ, ਬੇਟਾ ਜਦੋਂ ਸੇਵਾ ਕਰਨੀ ਹੈ 3 ਚੀਜ਼ਾਂ ਦੇਖਣੀਆਂ ਨੇ। ਰਿਕੁਆਇਰਮੈਂਟ ਕੀ ਹੈ ਇੱਥੇ, ਕਿਸ ਚੀਜ਼ ਦੀ ਲੋੜ ਹੈ। ਦੂਸਰਾ ਦੇਖਣਾ ਹੈ ਉਹ ਸੇਵਾ ਕਰਨ ਦੇ ਨਾਲ ਇੰਪਰੂਵਮੈਂਟ ਕੀ ਹੋਏਗੀ, ਅਤੇ ਬਿਊਟੀਫਾਈ ਕਰਨਾ ਉਸ ਨੂੰ, ਸਮਾਜ ਨੂੰ, ਕੁਦਰਤ ਨੂੰ, ਲਿਵਿੰਗ ਨੂੰ। ਇਸ ਲਈ ਕੌਮ ਦੀ ਸੇਵਾ, ਗੁਰੂ ਦੀ ਸੇਵਾ ਜਦੋਂ ਕਰਨੀ ਹੈ, ਮਨੁੱਖਤਾ ਦੀ ਸੇਵਾ, ਸਮਾਜ ਦੀ ਸੇਵਾ, ਰਿਕੁਆਇਰਮੈਂਟ ਦੇਖਣੀ ਹੈ ਕੀ ਹੈ, ਜੋ ਲੋੜ ਹੈ ਉਹਦੀ ਸੇਵਾ ਕਰਨੀ। ਉਹਦੇ ਲਈ ਆਹ ਜਿਹੜੀਆਂ ਸੇਵਾਵਾਂ ਇੱਥੇ ਦੱਸੀਆਂ ਗਈਆਂ, ਇਹਦੇ 'ਚੋਂ ਇਸ਼ਾਰਾ ਇਹ ਹੈ, ਜੇ ਦੁੱਖ ਆਉਂਦੇ ਨੇ, ਰੁਕਾਵਟਾਂ ਆਉਂਦੀਆਂ ਨੇ, ਆਪਣੇ 'ਤੇ ਚੱਲ ਜਾਣੀਆਂ ਨੇ, ਪਰ ਵਿਘਨ ਰੁਕਾਵਟਾਂ ਦੇ ਵਿੱਚ ਦੀ ਲੰਘ ਕੇ ਸੇਵਾ ਕਰਦੇ ਰਹਿਣਾ, ਪਰਉਪਕਾਰ ਦੇ ਮਿਸ਼ਨ ਨੂੰ ਇੱਕ ਨੰਬਰ 'ਤੇ ਰੱਖਣਾ। ਫਿਰ ਅਸੀਂ ਵਿਜ਼ਨਰੀ ਅਤੇ ਕ੍ਰਾਂਤੀਕਾਰੀ ਬਣ ਸਕਾਂਗੇ। ਉਹਦੇ ਰਿਜ਼ਲਟ ਜ਼ਰੂਰ ਆਉਂਦੇ ਨੇ। ਆਖੋ ਵਾਹਿਗੁਰੂ। ਜਿਸ ਪ੍ਰਸਾਦ ਵੈਰੀ ਸਭ ਮੀਤ, ਜਿਸ ਗੁਰੂ ਤੋਂ ਸਿੱਖਿਆ, ਜਿਸ ਗੁਰੂ ਦੀ ਬਖਸ਼ਿਸ਼ ਦੇ ਨਾਲ ਇਹ ਜੀਵਨ ਜਿਉਣਾ ਸਿੱਖਿਆ ਕਿ ਸਾਡੇ ਲਈ ਸਾਰੇ ਹੀ ਮਿੱਤਰ ਨੇ। ਸਾਡੇ ਨਾਲ ਕੋਈ ਵੈਰ ਕਮਾਉਂਦਾ ਕਮਾਈ ਜਾਵੇ, ਅਸੀਂ ਕਿਸੇ ਨਾਲ ਨਹੀਂ ਕਮਾਉਣਾ। ਅਸੀਂ ਬਦਲਾ ਲੂ ਭਾਵਨਾ ਵਿੱਚ ਨਹੀਂ ਜਿਉਣਾ। ਜਿਸ ਗੁਰੂ ਤੋਂ ਆਤਮਿਕ ਜੀਵਨ ਜਿਉਣਾ ਸਿੱਖਿਆ, ਜਿਨ ਗੁਰ ਮੋਕੋ ਦੀਨਾ ਜੀਓ, ਜਿਸ ਗੁਰਸਰੂਪ ਨੇ ਮੈਨੂੰ ਆਤਮਿਕ ਜੀਵਨ ਦਿੱਤਾ, ਗੁਣਾਂ ਦੀ ਦਾਤ ਦਿੱਤੀ, ਸੋਝੀ ਦਿੱਤੀ, ਆਪਣਾ ਦਾਸਰਾ ਆਪੇ ਮੁੱਲ ਲੀਓ। ਉਸ ਗੁਰੂ ਨੇ ਸਾਨੂੰ ਮੁੱਲ ਲੈ ਲਿਆ, ਮੁੱਲ ਖਰੀਦ ਲਿਆ, ਦਾਸਰਾ ਬਣਾ ਲਿਆ। ਆਖੋ ਵਾਹਿਗੁਰੂ। ਅਸੀਂ ਮਹਿਸੂਸ ਕਰਨਾ ਹੈ, ਗੁਰੂ ਸਾਹਿਬ ਦੀਆਂ ਕੁਰਬਾਨੀਆਂ ਨੂੰ ਯਾਦ ਕਰਕੇ, ਗੁਰੂ ਕੇ ਸ਼ਹੀਦਾਂ ਨੂੰ ਯਾਦ ਕਰਕੇ ਗੁਰੂ ਨੇ ਸਾਨੂੰ ਖਰੀਦ ਲਿਆ। ਆਖੋ ਵਾਹਿਗੁਰੂ। ਅਸੀਂ ਗੁਰੂ ਦੇ ਮੁੱਲ ਖਰੀਦੇ ਲਾਲੇ ਗੋਲੇ ਹਾਂ, ਗੁਰੂ ਦੇ ਚਾਕਰ ਹਾਂ, ਨੌਕਰ ਹਾਂ, ਗੁਰੂ ਦੇ ਲਈ ਆਪਾ ਵਾਰਨਾ ਹੈ। ਆਖੋ ਵਾਹਿਗੁਰੂ। ਮੈਂ ਫਿਰ ਦੁਹਰਾ ਦਿਆਂ, ਪਰਿਵਾਰ ਦੇ ਲਈ, ਪਰਿਵਾਰ ਦੀਆਂ ਲੋੜਾਂ ਲਈ ਕਾਰੋਬਾਰ ਕਰਨਾ ਹੈ, ਠੀਕ ਹੈ, ਪੈਸਾ ਕਮਾਉਣਾ, ਬੱਚਿਆਂ ਨੂੰ ਪਾਲਣਾ ਹੈ, ਪੋਸਣਾ, ਵੈਲ ਸੈਟਲਡ ਕਰਨਾ, ਪੜ੍ਹਾਉਣਾ, ਠੀਕ ਹੈ, ਕਰਨਾ ਹੈ, ਪਰ ਕੌਮ ਲਈ ਵੀ ਕੁਛ ਕਰਨਾ ਹੈ, ਸਮਾਜ ਲਈ ਕੁਛ ਕਰਨਾ ਹੈ, ਪਰਉਪਕਾਰ ਕਰਨਾ ਹੈ। ਪਰਉਪਕਾਰ ਨੂੰ ਇੱਕ ਨੰਬਰ 'ਤੇ ਰੱਖਣਾ ਹੈ, ਬਾਕੀ ਨੂੰ ਸੈਕਿੰਡ ਨੰਬਰ 'ਤੇ ਰੱਖਣਾ ਹੈ। ਚਾਦਰ ਦੇਖ ਕੇ ਪੈਰ ਪਸਾਰਨੇ ਨੇ, ਕਰਜ਼ਿਆਂ ਦੀਆਂ ਇੰਨੀਆਂ ਪੰਡਾਂ ਨਾ ਚੁੱਕ ਬੈਠਿਓ ਕਿ ਉਸ ਉਲਝਣ ਤਾਣੀ ਦੇ ਵਿੱਚ ਬੱਚਿਆਂ ਨਾਲ ਵੀ ਨਾ ਬੈਠ ਸਕੋ, ਘਰ ਵਿੱਚ ਏਕਤਾ ਇਤਫਾਕ ਨਾ ਰੱਖ ਸਕੋ, ਮਾਪਿਆਂ ਦੀ ਸੇਵਾ ਨਾ ਕਰ ਸਕੋ, ਅਤੇ ਗੁਰੂ ਦੇ ਲਈ ਟਾਈਮ ਨਾ ਨਿਕਲ ਸਕੇ। ਐਸਾ ਨਾ ਉਲਝਾ ਲਿਓ, ਕਿਉਂਕਿ ਅਸੀਂ ਦਾਸਰੇ ਹਾਂ, ਅਸੀਂ ਮੁੱਲ ਖਰੀਦੇ ਹਾਂ ਗੁਰੂ ਦੇ। ਗੁਰੂ ਨੇ ਸਾਨੂੰ ਮੁੱਲ ਲਿਆ ਹੋਇਆ। ਆਖੋ ਵਾਹਿਗੁਰੂ। ਜ਼ਿੰਦਗੀ ਦਾ ਬੈਲੈਂਸ ਬਣਾਉਣਾ ਸਿਖਾਉਣਾ ਗੁਰਬਾਣੀ ਨੇ। ਆਪੇ ਲਾਏ ਹੋਏ ਆਪਣਾ ਪਿਆਰ, ਮੇਰੇ ਗੁਰੂ ਨੇ, ਵਾਹਿਗੁਰੂ ਜੀ ਨੇ ਜਦੋਂ ਬਖਸ਼ਿਸ਼ ਕਰਦੇ ਨੇ ਨਾ, ਫਿਰ ਉਹ ਆਪਣਾ ਪਿਆਰ ਸਾਡੇ ਅੰਦਰ ਪੈਦਾ ਕਰਦੇ ਨੇ, ਜਜ਼ਬਾ ਪੈਦਾ ਹੁੰਦਾ ਹੈ। ਜਿਸ ਮੇਰੇ ਗੁਰੂ ਦੇ ਗੁਰਸਰੂਪ ਨੇ ਮੈਂ ਆਪਣਾ ਪਿਆਰ ਸਾਨੂੰ ਦਿੱਤਾ ਹੈ, ਇਹ ਪਿਆਰ ਸਾਡੇ ਅੰਦਰ ਪੈਦਾ ਕੀਤਾ ਹੈ। ਸਦਾ ਸਦਾ ਤਿਸ ਗੁਰ ਕੋ ਕਰੀ ਨਮਸਕਾਰ, ਸਦਾ ਉਸ ਗੁਰਸਰੂਪ ਨੂੰ ਨਮਸਕਾਰ ਕਰਾਂ। ਨਮਸਕਾਰ ਕਰਾਂ ਇਸ਼ਾਰਾ ਹੈ, ਮੈਂ ਸਦਾ ਗੁਰੂ ਦੇ ਉਪਦੇਸ਼ਾਂ ਨੂੰ ਪ੍ਰੈਕਟੀਕਲ ਜਿਉਵਾਂ, ਆਪਣੇ ਸੋਚ ਸੁਭਾਅ 'ਤੇ ਲਾਗੂ ਕਰਕੇ। ਕਲ ਕਲੇਸ਼ ਭੈ ਭ੍ਰਮ ਦੁਖ ਲਾਥਾ, ਮੇਰੇ ਗੁਰੂ ਦੇ ਉਪਦੇਸ਼ ਨੇ ਫਿਰ ਅੰਦਰੋਂ ਕਲੇਸ਼ ਮੇਟ ਦਿੱਤਾ। ਪਹਿਲਾਂ ਗੁਰੂ ਦਾ ਉਪਦੇਸ਼ ਕੁਛ ਹੋਰ ਕਹਿੰਦਾ ਸੀ, ਮਨ ਕੁਛ ਹੋਰ ਕਹਿੰਦਾ ਸੀ, ਹੁਣ ਇੱਕੋ ਜਿਹਾ ਹੋ ਗਿਆ, ਗੁਰੂ ਦੇ ਉਪਦੇਸ਼ ਮੰਨਣ ਤੁਰ ਪਿਆ। ਭੈ ਦੂਰ ਹੋ ਗਿਆ, ਭਰਮ ਦੂਰ ਹੋ ਗਿਆ। ਆਖੋ ਵਾਹਿਗੁਰੂ। ਕਹੋ ਨਾਨਕ ਮੇਰਾ ਗੁਰ ਸਮਰਾਥਾ, ਨਾਨਕ ਜੀ ਕਹੋ। ਗੁਰੂ ਅਰਜਨ ਦੇਵ ਸਾਹਿਬ ਜੀ ਨਾਨਕ ਸ਼ਬਦ ਵਰਤ ਕੇ ਸਾਨੂੰ ਸਿਖਾ ਰਹੇ ਨੇ, ਮੇਰੇ ਗੁਰੂ ਦਾ ਗੁਰ ਸਰੂਪ ਬੜਾ ਸਮਰੱਥ ਹੈ। ਜਿਸ ਸੁਭਾਅ 'ਤੇ ਵਰਤਾਰਾ ਵਰਤਿਆ ਗੁਰੂ ਦੇ ਉਪਦੇਸ਼ ਦਾ, ਉਹ ਸੁਭਾਅ ਬਦਲ ਗਿਆ। ਵਰਤਾਰਾ ਕਿਵੇਂ ਵਰਤਦਾ ਹੈ, ਗੁਰਸਰੂਪ ਦੀ ਸਮਰੱਥਾ ਕਿਵੇਂ ਕੰਮ ਕਰਦੀ ਹੈ। ਜਦੋਂ ਸਾਨੂੰ ਸੁਭਾਅ ਗੁਰੂ ਦਾ ਉਪਦੇਸ਼ ਚੰਗਾ ਲੱਗਦਾ ਹੈ,
ਸਮਝ ਲਿਓ ਗੁਰੂ ਦੀ ਸਮਰੱਥਾ ਸੁਭਾਅ ਤੇ ਵਾਪਰ ਰਹੀ ਹੈ। ਫਿਰ ਤੀਰ ਵੱਜਦੇ ਨੇ ਅੰਦਰ। ਜਿਹੜੀ ਗੱਲ ਤੇ ਪਹਿਲਾਂ ਕਹਿੰਦਾ ਸੀ ਮੈਨੂੰ ਕਿਉਂ ਕਿਹਾ, ਮੇਰੀ ਬੇਇੱਜ਼ਤੀ ਹੁੰਦੀ ਹੈ, ਜਦੋਂ ਤੀਰ ਵੱਜਦਾ ਫਿਰ ਭੁੱਬਾਂ ਮਾਰ ਕੇ ਰੋਂਦਾ ਹੈ, ਪਤਾ ਲੱਗਦਾ ਹੈ ਕਿ ਗੁਰੂ ਸਾਹਿਬ ਜੋ ਕਹਿ ਰਹੇ ਨੇ ਵਾਕਈ ਮੇਰੇ ਸੁਭਾਅ ਵਿੱਚ ਕਮਜ਼ੋਰੀਆਂ ਨੇ, ਵਾਕਈ ਮੇਰੀ ਸੋਚ ਵਿੱਚ ਕਮਜ਼ੋਰੀਆਂ ਨੇ। ਗੁਰੂ ਦੇ ਉਪਦੇਸ਼ ਦਾ ਜਦੋਂ ਤੀਰ ਵੱਜਦਾ ਹੈ, ਭੁੱਬਾਂ ਨਿਕਲਦੀਆਂ ਨੇ। ਸੱਚਮੁੱਚ ਹੀ ਮੈਂ ਆਪਣੇ ਘਰ ਦਾ ਮਾਹੌਲ ਗੁਰੂ ਦੇ ਮਾਹੌਲ ਵਰਗਾ ਬਣਾ ਨਹੀਂ ਸਕਿਆ, ਘਰ ਵਿੱਚ ਏਕਤਾ ਇਤਫਾਕ ਬਣਾ ਨਹੀਂ ਸਕਿਆ। ਜਦੋਂ ਗੁਰੂ ਦੇ ਅੱਗੇ ਢਹਿ ਪਵੇਗਾ, ਗੁਰੂ ਦੀਆਂ ਬਖਸ਼ਾਂ ਦਾ ਪਾਤਰ ਬਣੇਗਾ, ਗੁਰੂ ਦੇ ਸ਼ਬਦ ਐਸੇ ਐਸੇ ਤੀਰ ਬਣ ਕੇ ਚੁਭਦੇ ਨੇ, ਸੋਚ ਸੁਭਾਅ ਬਦਲ ਦਿੰਦੇ ਨੇ। ਸਤਿਗੁਰੂ ਕਿਰਪਾ ਕਰਨ। ਤੁਸੀਂ ਸਾਰੇ ਜਿੱਥੇ ਆਪ ਲਾਹਾ ਪ੍ਰਾਪਤ ਕਰਦੇ ਹੋ, ਪ੍ਰੇਰਿਤ ਕਰਦੇ ਰਹਿਣਾ, ਕਰਦੇ ਰਹਿਣਾ। ਕਿਸੇ ਨੂੰ ਤੁਸੀਂ 10 ਵਾਰੀ ਕਿਹਾ, ਉਹ ਨਹੀਂ ਮੰਨਿਆ, ਤੁਸੀਂ ਢੇਰੀ ਢਾਹ ਜਾਂਦੇ ਹੋ। ਤੁਹਾਨੂੰ ਲੱਗਦਾ ਹੈ ਕਿ ਹੁਣ ਨਹੀਂ ਉਹ ਮੰਨੇਗਾ ਜੀ। ਉਹਦੇ ਕਈ ਕਾਰਨ ਹੋ ਸਕਦੇ ਨੇ, ਉਹ ਕਾਰਨ ਵੀ ਤੁਹਾਨੂੰ ਸਾਹਮਣੇ ਆ ਜਾਂਦੇ ਨੇ ਜੀ, ਆਹ ਕਾਰਨ ਹੈ ਜੀ ਜਿਸ ਕਰਕੇ ਉਹ ਨਹੀਂ ਮੰਨਦਾ ਜੀ। ਤੁਸੀਂ ਢੇਰੀ ਨਾ ਢਾਓ। ਕੀ ਪਤਾ ਤੁਸੀਂ 10 ਵਾਰੀ ਕਿਹਾ, 11ਵੀਂ ਵਾਰੀ ਮੰਨਣਾ ਹੋਵੇ। ਆਖੋ ਵਾਹਿਗੁਰੂ। ਆਪਾਂ ਦੇਖਦੇ ਨਾ ਕਦੀ ਕਦਾਈ ਕੋਈ ਬੋਤਲ ਦਾ ਢੱਕਣ ਖੋਲ੍ਹਦਾ ਹੈ, ਖੁੱਲ੍ਹਦਾ ਨਹੀਂ, ਬੜਾ ਜ਼ੋਰ ਲਾਉਂਦਾ ਨਹੀਂ ਖੁੱਲ੍ਹਦਾ, ਦੂਜੇ ਨੂੰ ਕਹਿੰਦਾ ਖੁੱਲ੍ਹਦਾ ਨਹੀਂ, ਉਹ ਕਰਦਾ, ਉਹ ਵੀ ਕਹਿੰਦਾ ਨਹੀਂ ਨਹੀਂ ਇਹ ਨਹੀਂ ਖੁੱਲ੍ਹਿਆ, ਤੀਜਾ ਕਰਦਾ, ਚੌਥਾ ਕਰਦਾ, 5ਵੇਂ ਕੋਲੇ ਜਾ ਕੇ ਖੁੱਲ੍ਹ ਗਿਆ। ਕਿਉਂ? ਕਿਉਂਕਿ ਪਹਿਲਿਆਂ ਦਾ ਜਿਹੜਾ ਜ਼ੋਰ ਲਾਇਆ ਸੀ ਨਾ, ਉਹ ਇੰਨੇ ਜ਼ੋਰ ਤੋਂ ਬਾਅਦ ਉਸ ਵੇਲੇ ਖੁੱਲ੍ਹਣਾ ਸੀ। ਇਸ ਲਈ ਪ੍ਰੇਰਿਤ ਕਰਨਾ ਨਾ ਛੱਡਿਓ। ਕੀ ਪਤਾ ਹੈ ਜਿਹੜਾ ਨਹੀਂ ਜੁੜਿਆ ਹੋਇਆ, ਉਹਨੂੰ ਜੋੜਨ ਵਾਸਤੇ ਰੱਬ ਨੇ ਤੁਹਾਡੀ ਡਿਊਟੀ ਲਾਈ ਹੋਵੇ ਤੇ ਤੁਸੀਂ ਢੇਰੀ ਢਾਹ ਕੇ ਬੈਠ ਜਾਓ। ਪੁੱਛੋ ਅਗਲੇ ਨੂੰ ਵੀ ਤੈਨੂੰ ਕਿਹਾ ਸੀ ਅਰਥਾਂ ਸਮੇਤ ਸਹਿਜ ਪਾਠ ਕਰ, ਤੂੰ ਕਿਉਂ ਨਹੀਂ ਸ਼ੁਰੂ ਕੀਤਾ? ਉਹ ਕਾਰਨ ਦੱਸੇਗਾ। ਉਹਨੂੰ ਕਹੋ ਵੀ ਇਹ ਕਾਰਨ ਬਹੁਤ ਛੋਟੇ ਨੇ। ਜੇ ਤੂੰ ਅਰਥਾਂ ਸਮੇਤ ਸਹਿਜ ਪਾਠ ਕਰਨ ਲੱਗ ਜਾਏਗਾ, ਜੋ ਦਾਤ ਮਿਲੇਗੀ ਉਸ ਮੁਕਾਬਲੇ ਤੇ ਕਾਰਨ ਬਹੁਤ ਛੋਟੇ ਨੇ। ਛੋਟੇ ਛੋਟੇ ਕਾਰਨਾਂ ਨੂੰ ਪਾਸੇ ਰੱਖ। ਹਰ ਗੁਰੂ ਕਾ ਗੁਰਸਿੱਖ ਅਰਥਾਂ ਸਮੇਤ ਸਹਿਜ ਪਾਠ ਕਰੇ, ਘਰ ਘਰ ਤੱਕ ਇਹ ਸੰਦੇਸ਼ ਜਾਵੇ, ਪਰਿਵਾਰ ਦਾ ਹਰ ਮੈਂਬਰ, ਬੱਚਾ ਬੱਚੀ, ਬਜ਼ੁਰਗਾਂ ਤੱਕ ਹਰ ਕੋਈ ਪਾਠ ਕਰੇ, ਤਾਂ ਇਹਦੇ 'ਚੋਂ ਇੱਕ ਚੀਜ਼ ਨਿਕਲੇਗੀ ਕਮਾਲ ਦੀ। ਘਰ ਘਰ ਅੰਦਰ ਧਰਮਸ਼ਾਲ ਹੋਵੇ, ਕੀਰਤਨ ਸਦਾ ਵਸੋਆ, ਇੱਕ ਚੇਤਨਾ ਨਿਕਲੇਗੀ। ਜਿਸ ਤਰੀਕੇ ਨਾਲ ਮਾਡਰਨ ਟੈਕਨੋਲੋਜੀ ਦੇ ਵਿੱਚ ਇਹ ਗੁਰੂ ਦਾ ਖਜ਼ਾਨਾ ਬਣਨ ਵਾਸਤੇ ਵੀਡੀਓ ਰਾਹੀਂ ਤੁਹਾਡੇ ਘਰ ਪਹੁੰਚਦਾ, ਇਹ ਆਵਾਜ਼ ਤੁਹਾਡੇ ਘਰ, ਇਹ ਹਲੂਣੇ, ਇਹ ਚੇਤਨਾ, ਇਹ ਜਜ਼ਬੇ ਮੇਰੇ ਮਰਨ ਤੋਂ ਬਾਅਦ ਵੀ ਪਹੁੰਚਦੇ ਰਹਿਣਗੇ, ਕਿਉਂਕਿ ਇਲੈਕਟ੍ਰੋਨਿਕ ਯੁੱਗ ਦੇ ਵਿੱਚ ਇੱਕ ਪ੍ਰਾਪਤੀ ਹੋਈ ਹੈ ਕਿ ਇਹ ਵੀਡੀਓ ਇਸੇ ਤਰ੍ਹਾਂ ਰਹੇਗੀ। ਮੈਂ ਸੰਸਾਰ ਤੋਂ ਚਲਿਆ ਜਾਵਾਂਗਾ, ਇਹ ਹੁਲਾਰੇ ਇਸੇ ਤਰ੍ਹਾਂ, ਇਹ ਮੇਰੀ ਰੂਹ, ਮੇਰੇ ਜਜ਼ਬੇ, ਮੇਰੀਆਂ ਭਾਵਨਾਵਾਂ ਇਹ ਸੇਵਾ ਕਰਦੀਆਂ ਰਹਿਣਗੀਆਂ। ਭਾਗਾਂ ਵਾਲੇ ਜੁੜਦੇ ਰਹਿਣਗੇ, ਪ੍ਰੇਰਨਾ ਦੇਣ ਵਾਲੇ ਪ੍ਰੇਰਨਾ ਦਿੰਦੇ ਰਹਿਣਗੇ। ਕਿਉਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।